ਤੇ ਜਦੋਂ ਗੁਰੂ ਵੱਲ ਹੋ ਜਾਏ ਫਿਰ ਜਾਮ ਗੁਰੂ ਹੋਏ ਵੱਲ, ਧਨੈ ਕਿਆ ਗਾਰਵ ਦਿਜੈ, ਜਾਮ ਗੁਰੂ ਹੋਏ ਵੱਲ, ਲਖ ਬਾਹੇ ਕਿਆ ਕੀਜੈ, ਜਾਮ ਗੁਰੂ ਹੋਏ ਵੱਲ, ਗਿਆਨ ਅਰ ਧਿਆਨ ਅਨੰਨ ਪਰ, ਜਾਮ ਗੁਰੂ ਹੋਏ ਵੱਲ, ਸ਼ਬਦ ਸਾਖੀ ਸੋ ਸੱਚੈ ਘਰ, ਜੋ ਗੁਰੂ ਗੁਰੂ ਐਨਸ ਜਪੈ, ਦਾਸ ਭੱਟ ਬੇਨਤ ਕਹੈ, ਜੋ ਗੁਰੂ ਨਾਮ ਰਿਦ ਮੈਂ ਧਰੇ, ਸੇ ਜਨਮ ਮਰਨ ਦੋਥੇ ਰਹੇ, ਆਖਿਆ ਗੁਰਮੁਖ ਸਾਇਰ ਪਾਹਣ ਤਾਰੇ, ਗੁਰਮੁਖ ਕੋਟ 33 ਉਧਾਰੇ। ਇੱਥੇ ਹੁਣ ਕੋਟ ਦੇ ਟੈਂਕੇ ਨੂੰ ਸਿਆਰੀ ਹੈ। ਗੁਰਮੁਖ ਨੇ ਭਾਵ ਗੁਰਮੁਖਾਂ ਦੀ ਸੰਗਤ ਕਰਕੇ 33 ਕਰੋੜ ਦੀ ਗੱਲ ਕਹੀ, ਭਾਵ ਅਨੇਕਾਂ ਹੀ ਲੋਕਾਂ ਨੂੰ ਤਾਰ ਦਿੰਦਾ, ਗਿਣ ਨਹੀਂ ਸਕਦੇ। ਗੁਰਮੁਖ ਕੋਟ ਉਧਾਰ ਦਾ, ਗੁਰਮੁਖ ਕੋਟ ਉਧਾਰ ਦਾ, ਦੇ ਨਾਮੈ ਏਕ ਕਣੀ, ਦੇ ਨਾਮੈ ਏਕ ਕਣੀ, ਦੇ ਨਾਮੈ। ਪੌੜੀ ਦੀਆਂ ਤੇ ਪੰਕਤੀਆਂ ਥੋੜ੍ਹੀਆਂ ਹੀ ਨੇ, ਪਰ ਇਹਦੇ ਵਿੱਚ ਜਿਹੜਾ ਡੂੰਘਾ ਭਾਵ ਲੁਕਿਆ ਹੋਇਆ ਉਹਨੂੰ ਰਿੜਕ ਕੇ ਕੱਢਣ ਵਾਸਤੇ ਸਮਾਂ ਲੱਗਦਾ ਹੈ। ਫਿਰ ਧਿਆਨ ਦਿਓ, ਗੁਰਮੁਖ ਬੰਧਿਓ ਸੇਤ ਵਿਧਾਤੈ, ਲੰਕਾ ਲੂਟੀ ਦੈਂਤ ਸੰਤਾਪੈ, ਰਾਮਚੰਦ ਮਾਰਿਓ ਇਹ ਰਾਵਣ, ਭੇਦ ਭਵੀਖਣ ਗੁਰਮੁਖ ਪਰਚਾਇਣ, ਗੁਰਮੁਖ ਸਾਇਰ ਪਾਹਣ ਤਾਰੇ, ਗੁਰਮੁਖ ਕੋਟ 33 ਉਧਾਰੇ। ਪਰ ਕਰਨ ਇਹੀ ਚੱਲ ਰਿਹਾ। ਫਿਰ ਜਿਹੜਾ ਗੁਰਮੁਖ ਬਣ ਜਾਂਦਾ, ਜਿਹੜਾ ਗੁਰੂ ਦੇ ਦੱਸੇ ਰਾਹ 'ਤੇ ਚੱਲ ਪੈਂਦਾ, ਗੁਰਮੁਖ ਚੂਕੈ ਆਵਣ ਜਾਨ, ਗੁਰਮੁਖ ਚੂਕੈ ਆਵਣ ਜਾਨ, ਗੁਰਮੁਖ ਦਰਗਾਹ ਪਾਵੈ ਮਾਨ, ਗੁਰਮੁਖ ਦਰਗਾਹ ਪਾਵੈ ਮਾਨ, ਗੁਰਮੁਖ ਖੋਟੇ ਖਰੇ ਪਛਾਨ, ਗੁਰਮੁਖ ਖੋਟੇ ਖਰੇ ਪਛਾਨ, ਗੁਰਮੁਖ ਨੂੰ ਖੋਟਿਆਂ ਦੀ ਖਰਿਆਂ ਦੀ, ਚੰਗੇ ਕੰਮਾਂ ਦੀ ਮਾੜੇ ਕੰਮਾਂ ਦੀ, ਇਹ ਕਰਨਾ ਇਹ ਨਹੀਂ ਕਰਨਾ, ਇੱਧਰ ਜਾਣਾ ਇੱਧਰ ਨਹੀਂ ਜਾਣਾ, ਪਛਾਣ ਹੋ ਜਾਂਦੀ। ਗੁਰਮੁਖ ਖੋਟੇ ਖਰੇ ਪਛਾਣ, ਤੇ ਗੁਰਮੁਖ ਲਾਗੈ ਸਹਿਜ ਧਿਆਨ, ਗੁਰਮੁਖ ਲਾਗੈ ਸਹਿਜ ਧਿਆਨ, ਸਹਿਜ ਦੇ ਜੱਜੇ ਨੂੰ ਸਿਆਰੀ ਹੈ। ਸਹਿਜ ਇੱਕ ਅਵਸਥਾ ਹੈ ਜਿਹਨੂੰ ਅਸੀਂ ਅਡੋਲਤਾ ਕਹਿੰਦੇ, ਜਿਹਨੂੰ ਭਟਕਣਾ ਤੋਂ ਰਹਿਤ ਅਵਸਥਾ ਕਹਿੰਦੇ। ਗੁਰੂ ਦੇ ਦੱਸੇ ਰਾਹ 'ਤੇ ਚੱਲਣ ਦੇ ਨਾਲ ਚੱਲਣ ਵਾਲੇ ਗੁਰਮੁਖ ਦਾ ਧਿਆਨ ਸਹਿਜੇ ਹੀ ਲੱਗ ਜਾਂਦਾ, ਤੇ ਗੁਰਮੁਖ ਦਰਗਾਹ ਸਿਫਤ ਸਮਾਏ, ਗੁਰਮੁਖ ਦਰਗਾਹ ਸਿਫਤ ਸਮਾਏ, ਜਿਹੜਾ ਗੁਰਮੁਖ ਹੈ ਉਹ ਫਿਰ ਗੁਰੂ ਦੇ ਦੱਸੇ ਰਾਹ 'ਤੇ ਚੱਲ ਕੇ ਵਾਹਿਗੁਰੂ ਦੀ ਦਰਗਾਹ ਵਿੱਚ ਸਿਫਤ ਸਮਾਏ, ਸਿਫਤ ਦੇ ਤੱਤੇ ਨੂੰ ਸਿਆਰੀ, ਉਹਦੀਆਂ ਸਿਫਤਾਂ ਕਰ ਕਰਕੇ, ਉਹਦੀ ਕੀਰਤੀ ਕਰ ਕਰਕੇ ਸਮਾਏ, ਇੱਕਮਿਕ ਹੋ ਜਾਂਦਾ। ਉਹਦੇ ਵਿੱਚ ਤੇ ਪਰਮੇਸ਼ਵਰ ਵਿੱਚ ਕੋਈ ਅੰਤਰ ਨਹੀਂ ਰਹਿੰਦਾ। ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਾ, ਜਿਨ੍ਹਾਂ ਨ ਵਿਸਰੈ ਨਾਮ ਸੇ ਕਨੇਹਾ, ਜਿਨ੍ਹਾਂ ਨ ਵਿਸਰੈ ਭੇਦ ਨ ਜਾਣੋ ਮੂਲ ਸਾਈਂ ਜਿਹਾ,
ਭੇਦ ਨ ਜਾਣੋ ਮੂਲ ਸਾਈਂ ਜਿਹਾ। ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਵੀ ਫਰਮਾਉਂਦੇ, ਹਰ ਹਰ ਜਨ ਦੋਏ ਏਕ ਹੈ, ਹਰ ਹਰ ਜਨ ਦੋਏ ਏਕ ਹੈ। ਥੋੜਾ ਜਿਹਾ ਪਹਿਲੇ ਹਰ ਤੇ ਥੋੜਾ ਜਿਹਾ ਰੁਕੋ, ਅਗਲੇ ਹਰ ਜਨ ਉਹਨੂੰ ਇਕੱਠਾ ਕਰ ਦਿਓ। ਹਰ ਹਰ ਜਨ ਦੋਏ ਏਕ ਹੈ, ਹਰ ਹਰ ਜਨ ਦੋਏ ਏਕ ਹੈ। ਬਿਬ ਵਿਚਾਰ ਕਛ ਨਾਹੀ, ਬਿਬ ਵਿਚਾਰ ਕਛ ਨਾਹੀ। ਜਲ ਤੇ ਉਪਜ ਤਰੰਗ ਜਿਉ, ਜਲ ਤੇ ਉਪਜ ਤਰੰਗ ਜਿਉ। ਜਲ ਤੇ ਉਪਜ ਤਰੰਗ ਜਿਉ। ਤਰੰਗ ਕਿਸ ਨੂੰ ਕਹਿੰਦੇ? ਲਹਿਰ ਨੂੰ। ਜਿਵੇਂ ਲਹਿਰ ਪਾਣੀ ਵਿੱਚ ਉੱਠਦੀ ਹੈ, ਫਿਰ ਪਾਣੀ ਵਿੱਚ ਹੀ ਸਮਾ ਜਾਂਦੀ। ਕਹਿੰਦੇ ਇਸੇ ਤਰ੍ਹਾਂ ਜਿਹੜੇ ਗੁਰਮੁਖ ਨੇ ਉਹ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਕਰਦੇ ਗੁਰਮੁਖ ਦਰਗਾਹ ਸਿਫਤ ਸਮਾਏ, ਗੁਰਮੁਖ ਦਰਗਾਹ ਸਿਫਤ ਸਮਾਏ। ਨਾਨਕ ਗੁਰਮੁਖ ਬੰਧ ਨਾ ਪਾਏ, ਨਾਨਕ ਗੁਰਮੁਖ ਬੰਧ ਨਾ ਪਾਏ। ਨਾਨਕ ਜੀ ਫਰਮਾਉਂਦੇ ਨੇ ਜਿਹੜਾ ਫਿਰ ਗੁਰਮੁਖ ਬਣ ਜਾਂਦੇ, ਜਿਹੜਾ ਗੁਰੂ ਦੇ ਦੱਸੇ ਰਾਹ 'ਤੇ ਚੱਲ ਪੈਂਦਾ, ਉਹਦੇ ਰਸਤੇ ਵਿੱਚ ਕੋਈ ਵਿਕਾਰ ਰੁਕਾਵਟ ਪੈਦਾ ਹੀ ਨਹੀਂ ਕਰ ਸਕਦਾ। ਉਹਦਾ ਇਹ ਵਿਕਾਰ ਕੁਛ ਵੀ ਨਹੀਂ ਪ੍ਰਭਾਵ ਪਾ ਸਕਦਾ। ਭਾਵ ਉਹ ਇਹਨਾਂ ਨੂੰ ਕਾਬੂ ਕਰ ਲੈਂਦਾ, ਵਸੀਕਰਨ ਕਰ ਲੈਂਦਾ। ਇਹਦਾ ਮਤਲਬ ਇਹ ਨਹੀਂ ਕਿ ਉਹ ਇਹਨਾਂ ਨੂੰ ਮਾਰ ਦਿੰਦਾ, ਨਹੀਂ। ਵਸੀਕਰਨ ਕਰਨ ਦਾ ਭਾਵ ਸਮਝੋ। ਜਿਵੇਂ ਇੱਕ ਸਵਾਰ ਘੋੜੇ 'ਤੇ ਸਵਾਰ ਹੁੰਦਾ, ਜੇ ਤੇ ਸਵਾਰ ਦੇ ਹੱਥ ਵਿੱਚ ਘੋੜੇ ਦੀ ਲਗਾਮ ਹੈ, ਫਿਰ ਤੇ ਉਹ ਘੋੜੇ ਨੂੰ ਆਪਣੀ ਮਰਜ਼ੀ ਨਾਲ ਚਲਾਏਗਾ। ਪਰ ਜੇ ਉਹਦੇ ਕੋਲ ਲਗਾਮ ਨਹੀਂ ਹੈਗੀ ਤੇ ਫਿਰ ਘੋੜਾ ਜਿੱਥੇ ਮਰਜ਼ੀ ਖੂਹ ਖਾਤੇ ਵੀ ਸੁੱਟਦਾ ਹੈ। ਭਾਈ ਗੁਰੂ ਦੀ ਸੰਗਤ ਕਰਨ ਕਰਕੇ ਸਾਨੂੰ ਇਹ ਜਾਚ ਸਿਖਾਈ ਜਾਂਦੀ ਵੀ ਇਉਂ ਰਹਿਣਾ, ਇਉਂ ਕਰਨਾ, ਇਉਂ ਜੀਵਨ ਬਤੀਤ ਕਰਨਾ। ਤੋ ਫਿਰ ਪਾਤਸ਼ਾਹ ਕਹਿੰਦੇ ਨੇ ਗੁਰਮੁਖ ਨਾਮ ਨਿਰੰਜਨ ਪਾਏ, ਗੁਰਮੁਖ ਹਉਮੈ ਸ਼ਬਦ ਜਲਾਏ, ਗੁਰਮੁਖ ਸਾਚੇ ਕੇ ਗੁਣ ਗਾਏ, ਗੁਰਮੁਖ ਸਾਚੈ ਰਹਿ ਸਮਾਏ, ਗੁਰਮੁਖ ਸਾਚ ਨਾਮ ਪਤ ਊਤਮ ਹੋਏ। ਨਾਨਕ ਗੁਰਮੁਖ ਸਗਲ ਭਵਨ ਕੀ ਸੋਜੀ ਹੋਏ। ਤੋ ਗੁਰਮੁਖ ਜਿਹੜਾ ਉਹ ਨਾਮ ਨਿਰੰਜਨ ਪਾਏ। ਨਿਰੰਜਨ ਪਰਮਾਤਮਾ ਦਾ ਇੱਕ ਸਿਫਾਤੀ ਨਾਮ ਹੈ। ਕਈ ਲੋਕ ਇਸ ਦਾ ਉਚਾਰਨ ਕਰਦੇ ਨੇ, ਕੋਈ ਨਿਰੰਜਨ ਬੋਲਦਾ, ਕੋਈ ਨਿਰੰਜਨ, ਕੋਈ ਹੋਰ ਕੁਛ ਕਹਿੰਦਾ। ਇਹਦਾ ਉਚਾਰਨ ਪਹਿਲਾਂ ਪਕਾਓ। ਉਹ ਕੀ ਹੈ? ਨਿਰੰਜਨ ਬੋਲੋ। ਇਹਦੇ ਫਿਰ ਸੰਧੀ ਛੇਦ ਕਰੋ, ਨਿਰਅੰਜਨ। ਅੰਜਨ ਕਹਿੰਦੇ ਸੁਰਮੇ ਨੂੰ, ਸੁਰਮਾ ਕਹਿੰਦੇ ਕਾਲਖ ਨੂੰ, ਕਾਲਖ ਕਹਿੰਦੇ ਮਾਇਆ ਨੂੰ। ਜਿਹੜਾ ਮਾਇਆ ਦੀ ਕਾਲਖ ਤੋਂ ਰਹਿਤ ਹੈ ਸੋ ਕਹੀਏ ਨਿਰੰਜਨ। ਉਹ ਕੌਣ ਹੈ? ਪਰਮਾਤਮਾ। ਤੋ ਜਿਹੜਾ ਗੁਰਮੁਖ ਹੈ
ਉਹ ਨਾਮ ਨਿਰੰਜਨ ਪਾਏ। ਉਸ ਮਾਇਆ ਦੀ ਕਾਲਖ ਤੋਂ ਰਹਿਤ ਜੋ ਪਰਮਾਤਮਾ ਉਸ ਦੇ ਨਾਮ ਨੂੰ ਪਾ ਲੈਂਦਾ। ਗੁਰਮੁਖ ਹਉਮੈ ਸ਼ਬਦ ਜਲਾਏ। ਹਉਮੈ ਤੇ ਹੈ ਮੇਰੇ ਤੁਹਾਡੇ ਸਭ ਦੇ ਅੰਦਰ, ਪਰ ਇਸ ਹਉਮੈ ਨੂੰ ਖਤਮ ਕਰਨਾ ਸ਼ਬਦ ਜਲਾਏ। ਹੁਣ ਤੁਸੀਂ ਆਖੋਗੇ ਸ਼ਬਦ ਕੋਈ ਅੱਗ ਹੈ? ਨਹੀਂ ਨਹੀਂ, ਸ਼ਬਦ ਦੇ ਦੱਦੇ ਨੂੰ ਸਿਹਾਰੀ ਹੈ। ਸ਼ਬਦ ਦੀ ਵਿਚਾਰ ਕਰਕੇ, ਸ਼ਬਦ ਤੋਂ ਸਿੱਖਿਆ ਲੈ ਕੇ, ਬਈ ਗੁਰਮੁਖ ਨੇ ਇਹ ਕੰਮ ਕਰਨਾ, ਇਹ ਨਹੀਂ ਕਰਨਾ। ਵੱਡੀ ਤੋਂ ਵੱਡੀ ਪ੍ਰਾਪਤੀ ਹੋ ਜਾਏ, ਸਾਰਾ ਸੰਸਾਰ ਤੁਹਾਡੀ ਉਪਮਾ ਕਰਨ ਲੱਗ ਪਵੇ, ਤੁਸੀਂ ਕੀ ਕਹਿਣਾ? ਇਹ ਸਭ ਉਹਦੀ ਕਿਰਪਾ। ਜਿਵੇਂ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਕਿਹਾ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣੋ ਆਪੇ। ਗੁਰੂ ਅਮਰਦਾਸ ਜੀ ਤੇ ਭਾਈ ਜੇਠਾ ਜੀ ਨੂੰ ਛਤਰ ਤਖਤ ਦੇ ਮਾਲਕ ਬਣਾ ਰਹੇ ਨੇ, ਉਹਨਾਂ ਦੇ ਚਰਨਾਂ 'ਤੇ ਮੱਥਾ ਟੇਕ ਰਹੇ ਨੇ, ਤੇ ਗੁਰੂ ਰਾਮਦਾਸ ਜੀ ਕੀ ਕਹਿ ਰਹੇ? ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਤਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਭਾਈ ਗੁਰੂ ਦੇ ਦੱਸੇ ਰਾਹ 'ਤੇ ਚੱਲਣ ਦੇ ਨਾਲ ਇਹ ਹਉਮੈ ਮੁੱਕ ਜਾਂਦੀ। ਭਾਵ ਸ਼ਬਦ ਦੀ ਵਿਚਾਰ ਕਰਕੇ ਹਉਮੈ ਨੂੰ ਗੁਰਮੁਖ ਸਾੜ ਲੈਂਦਾ। ਫਿਰ ਧਿਆਨ ਦਿਓ, ਗੁਰਮੁਖ ਨਾਮ ਨਿਰੰਜਨ ਪਾਏ, ਗੁਰਮੁਖ ਨਾਮ ਨਿਰੰਜਨ ਪਾਏ। ਗੁਰਮੁਖ ਨਾਮ ਨਿਰੰਜਨ ਪਾਏ, ਗੁਰਮੁਖ ਨਾਮ ਨਿਰੰਜਨ ਪਾਏ। ਗੁਰਮੁਖ ਹਉਮੈ ਸ਼ਬਦ ਜਲਾਏ, ਗੁਰਮੁਖ ਹਉਮੈ ਸ਼ਬਦ ਜਲਾਏ। ਗੁਰਮੁਖ ਹਉਮੈ ਸ਼ਬਦ ਜਲਾਏ, ਗੁਰਮੁਖ ਹਉਮੈ ਸ਼ਬਦ ਜਲਾਏ। ਗੁਰਮੁਖ ਸਾਚੇ ਕੇ ਗੁਣ ਗਾਏ, ਗੁਰਮੁਖ ਸਾਚੇ ਕੇ ਗੁਣ ਗਾਏ। ਗੁਰਮੁਖ ਸਾਚੇ ਕੇ ਗੁਣ ਗਾਏ, ਗੁਰਮੁਖ ਸਾਚੇ ਕੇ ਗੁਣ ਗਾਏ। ਇਹ ਗੱਲ ਯਾਦ ਰੱਖੋ ਕਿ ਇਤਨਾ ਸੌਖਾ ਕੰਮ ਨਹੀਂ। ਇਹਦੇ ਲਈ ਗੁਰੂ ਦੀ ਸੰਗਤ ਬੜਾ ਲਾਭਦਾਇਕ ਮਾਰਗ ਹੈ। ਮੈਂ ਜਿਨ੍ਹਾਂ ਮਹਾਂਪੁਰਸ਼ਾਂ ਕੋਲ ਪੜ੍ਹਿਆ, ਸੰਤ ਤੇਜਾ ਸਿੰਘ ਜੀ ਡਬਲ ਸਨ ਹਾਰਵਰਡ ਯੂਨੀਵਰਸਿਟੀ ਦੇ ਪ੍ਰਿੰਸੀਪਲ ਸਨ, ਗੁਜਰਾਂਵਾਲੇ ਖਾਲਸਾ ਕਾਲਜ ਦੇ। ਸੰਤ ਅਤਰ ਸਿੰਘ ਜੀ ਮਹਾਰਾਜ ਦੀ ਸੰਗਤ ਹੋ ਗਈ, ਪ੍ਰਿੰਸੀਪਲ ਹੀ ਛੱਡ ਦਿੱਤੀ, ਗਲ ਵਿੱਚ ਖੱਫੜੀ ਪਾ ਲਈ, ਸੇਵਾਦਾਰ ਬਣ ਗਏ। ਹੁਣ ਅਕਾਲ ਕਾਲਜ ਗੁਰਸਾਗਰ ਸਾਹਿਬ ਮਸਤੂਆਣੇ ਦੀ ਸੇਵਾ ਹੋ ਰਹੀ ਸੀ। ਧਿਆਨ ਦੇਣਾ, ਸੇਵਾ ਕਰ ਰਹੇ ਸਨ। ਸੰਤ ਮਹਾਰਾਜ ਅਤਰ ਸਿੰਘ ਜੀ ਜਾਣਦੇ ਸਨ ਵੀ ਇਹਨਾਂ ਤੋਂ ਕੀ ਕੀ ਕੰਮ ਲੈਣੇ ਨੇ, ਇਹਨਾਂ ਦੀ ਕੀ ਕੀ ਸੇਵਾ ਲਾਉਣੀ ਹੈ। ਉਹ ਪੜ੍ਹੇ ਲਿਖੇ ਸਨ। ਉਹਨਾਂ ਨੂੰ ਸੰਤਾਂ ਨੇ ਵਿਦੇਸ਼ਾਂ ਵਿੱਚ ਭੇਜਿਆ। ਕੈਨੇਡਾ ਦੇ ਅੰਦਰ ਜਿਹੜਾ ਸਭ ਤੋਂ ਪਹਿਲਾ ਗੁਰਦੁਆਰਾ ਹੈ ਨਾ, ਜਿਸ ਨੂੰ ਹੁਣ ਹੈਰੀਟੇਜ ਦੀ ਪਦਵੀ ਮਿਲੀ, ਉਹ ਸੰਤ ਤੇਜਾ ਸਿੰਘ ਜੀ ਨੇ ਬਣਾਇਆ ਸੀ। ਚਲੋ, ਜਿਹੜੀ ਗੱਲ ਮੈਂ ਦੱਸਣੀ ਚਾਹੁੰਦਾ, ਜਦੋਂ ਸੇਵਾ ਕਰ ਰਹੇ ਸਨ, ਹੁਣ ਸੇਵਾ ਤੇ ਫਿਰ ਟੋਕਰੀ ਵੀ ਢੋਈ ਜਾਂਦੀ ਹੈ, ਝਾੜੂ ਵੀ ਫੇਰਨਾ ਹੁੰਦਾ, ਸਭ ਸੇਵਾ ਤੇ ਸੇਵਾ ਹੀ। ਇਹਦਾ ਸਿਰਫ ਮਨ ਦੀ ਮੈਲ ਲਾਉਣ ਦਾ ਤਰੀਕਾ ਹੈ। ਕਹਿੰਦੇ ਸੰਤ ਤੇਜਾ ਸਿੰਘ ਜੀ ਟੋਕਰੀ ਢੋ ਰਹੇ ਸਨ, ਤੇ ਸੇਵਾਦਾਰ ਕਈ ਤਰ੍ਹਾਂ ਦੇ ਹੁੰਦੇ ਨੇ। ਕਈ ਸੇਵਾਦਾਰ ਈਰਖਾਵਸੀ, ਉਹਨਾਂ ਨੂੰ ਚੰਗਾ ਨਹੀਂ ਲੱਗਦਾ ਇਹਦੀ ਕਿਉਂ ਪੁੱਛ-ਗਿੱਛ ਹੋ ਰਹੀ ਹੈ। ਕਹਿੰਦੇ ਨੇ ਇਸ ਤਰ੍ਹਾਂ ਦੇ ਕੁਝ ਪੇਂਡੂ ਬੰਦੇ ਵੀ ਸੇਵਾ ਕਰ ਰਹੇ ਸਨ, ਅਤੇ ਮਨ ਵਿੱਚ ਉਹਨਾਂ ਦੇ ਬੜੀ ਜੈਲਸੀ ਸੀ
ਵੀ ਇਹ ਪੜ੍ਹਾ ਜਿਹਾ ਪੜ੍ਹਿਆ ਲਿਖਿਆ ਜਿਹਾ ਆ ਗਿਆ, ਅਸੀਂ ਕਦੋਂ ਦੇ ਇੱਥੇ ਸੇਵਾ ਕਰਨ ਡਏ ਹਾਂ। ਇਹਦੇ ਨਾਲ ਸੰਤ ਮਾਰੇ ਗੱਲਾਂ ਕਰਦੇ ਨੇ, ਸਾਨੂੰ ਕਦੇ ਕੋਲ ਨਹੀਂ ਬਿਠਾਉਂਦੇ। ਉਹਨਾਂ ਦੇ ਮਨ ਵਿੱਚ ਆ ਗਿਆ ਕਿ ਇਸ ਨੂੰ ਕਿਸੇ ਤਰ੍ਹਾਂ ਭਜਾ ਦੇਈਏ। ਆਪਸ ਵਿੱਚ ਉਹਨਾਂ ਨੇ ਸਲਾਹ ਮਸ਼ਵਰਾ ਕਰ ਲਿਆ, ਕਰਨ ਲੱਗੇ ਤੇ ਬੜਾ ਸੌਖਾ ਕੰਮ ਹੈ। ਅੱਜ ਜਦੋਂ ਸੇਵਾ ਹੋ ਰਹੀ ਹੋਵੇਗੀ ਨਾ, ਟੋਕਰੀ ਢੋ ਰਹੇ ਹੋਵਾਂਗੇ, ਇੱਕ ਨੇ ਜਿੰਮੇ ਲੈ ਲਿਆ ਵੀ ਮੈਂ ਇਉਂ ਕਰ ਦਿਆਂਗਾ, ਮੋਢਾ ਮਾਰ ਦਿਆਂਗਾ, ਮੈਂ ਮੋਢਾ ਮਾਰਾਂਗਾ। ਉਹ ਕਹਿਣਗੇ ਕਿਉਂ ਬਾਈ ਮੋਢਾ ਮਾਰ, ਤੁਸੀਂ ਸਾਰੇ ਕਿਉਂ ਤੇ ਕਿਉਂ ਸਹੀ, ਪਰ ਲੜ ਪਵਾਂਗੇ, ਆਪੇ ਭੱਜ ਜਾਣਗੇ। ਇਉਂ ਭਜਾਉਣ ਵਾਲੇ ਵੀ ਕਈ ਆਉਂਦੇ। ਉਹਨੇ ਜਦੋਂ ਮੋਢਾ ਮਾਰਿਆ, ਸੰਤ ਤੇਜਾ ਸਿੰਘ ਜੀ ਸਮਝ ਗਏ। ਉਹਨਾਂ ਨੇ ਕੁਝ ਨਹੀਂ ਆਖਿਆ, ਉਹਨਾਂ ਨੇ ਟੋਕਰੀ ਉੱਥੇ ਰੱਖ ਦਿੱਤੀ ਅਤੇ ਉਸ ਗੁਰਮੁਖ ਦਾ ਹੱਥ ਪੋਲੇ ਜਿਹੇ ਫੜ ਕੇ ਕਮਰੇ ਵਿੱਚ ਲੈ ਗਏ। ਕਹਿਣ ਲੱਗੇ ਮੈਨੂੰ ਸਮਝ ਆ ਗਈ ਕਿ ਮੇਰੇ ਕੋਲ ਕੋਈ ਗਲਤੀ ਹੋਈ ਹੈ, ਕੋਈ ਗਲਤੀ ਹੋਈ ਹੈ। ਪਰ ਜੇ ਆਪਾਂ ਲੋਕਾਂ ਦੇ ਸਾਹਮਣੇ ਲੜਾਂਗੇ, ਲੋਕ ਕੀ ਕਹਿਣਗੇ ਵੀ ਇਹ ਸੰਤਾਂ ਦੇ ਸੇਵਕ ਨੇ। ਬਈ ਤੂੰ ਕਿਰਪਾ ਕਰਕੇ ਮੇਰੀ ਗਲਤੀ ਦੱਸ। ਅਤੇ ਉਹਨਾਂ ਨੇ ਆਪਣਾ ਜੋੜਾ ਲਾਇਆ, ਜੋੜਾ, ਅਤੇ ਉਹਦੇ ਹੱਥ ਫੜਾ ਦਿੱਤਾ ਅਤੇ ਸਿਰ ਅੱਗੇ ਕਰ ਦਿੱਤਾ। ਜਦੋਂ ਇਉਂ ਕੀਤਾ, ਹੁਣ ਕਿਹਨੇ ਜੋੜਾ, ਉਹ ਤਾਂ ਚਰਨਾਂ 'ਤੇ ਟਹਿ ਪਿਆ, ਮਹਾਰਾਜ ਮੇਰੀ ਗਲਤੀ। ਭਾਈ ਸੇਵਾ ਕਰਨੀ ਬੜੀ ਔਖੀ ਹੈ, ਬੜੀ ਔਖੀ। ਇੱਥੇ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਉਸ ਪੂਰਨੇ 'ਤੇ ਚੱਲਣਾ ਪੈਂਦਾ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਟਾਰ। ਹੁਣ ਉਸਨੇ ਕਿੱਥੇ ਕਿਵੇਂ, ਸੰਤਾਂ ਨੇ ਕਿਹਾ ਬਈ ਜੇ ਅਸੀਂ ਬਾਹਰ ਲੜਾਂਗੇ ਲੋਕ ਕੀ ਕਹਿਣਗੇ। ਅਤੇ ਅੱਜ ਗੁਰੂ ਕੇ ਸਿੱਖ, ਖਿਮਾ ਕਰਨਾ, ਤੁਹਾਡੇ 'ਤੇ ਕਿਰਪਾ ਹੈ ਅਤੇ ਕਿਰਪਾ ਹੀ ਰਵੇ ਗੁਰੂ ਦੀ। ਰੋਜ਼ ਅਖਬਾਰਾਂ 'ਚ ਪੜ੍ਹੀ, ਪ੍ਰਧਾਨਗੀਆਂ ਲਈ, ਚੌਧਰੀਆਂ ਲਈ ਕੀ ਕੁਝ ਹੁੰਦਾ। ਇਹ ਗੁਰਮੁਖੀ ਲੱਛਣ ਨਹੀਂ ਹੈ। ਜਿਹੜਾ ਗੁਰਮੁਖ ਹੈ ਉਹਦੇ ਬਾਰੇ ਵਿੱਚ ਦੱਸ ਰਹੇ ਨੇ, ਉਹ ਗੁਰੂ ਕੇ ਸ਼ਬਦ ਦੀ ਵਿਚਾਰ ਕਰਕੇ ਆਪਣੇ ਅੰਦਰੋਂ ਹਉਮੈ ਨੂੰ ਸਾੜ ਦਿੰਦਾ। ਗੁਰਮੁਖ ਨਾਮ ਨਿਰੰਜਨ ਪਾਏ, ਗੁਰਮੁਖ ਨਾਮ ਨਿਰੰਜਨ ਪਾਏ। ਗੁਰਮੁਖ ਹਉਮੈ ਸ਼ਬਦ ਜਲਾਏ, ਗੁਰਮੁਖ ਹਉਮੈ ਸ਼ਬਦ ਜਲਾਏ। ਗੁਰਮੁਖ ਸਾਚੇ ਕੇ ਗੁਣ ਗਾਏ, ਗੁਰਮੁਖ ਸਾਚੇ ਕੇ ਗੁਣ ਗਾਏ। ਗੁਰਮੁਖ ਸਾਚੇ ਕੇ ਗੁਣ ਗਾਏ, ਗੁਰਮੁਖ ਸਾਚੇ ਕੇ ਗੁਣ ਗਾਏ। ਗੁਰਮੁਖ ਸਾਚੈ ਰਹਿ ਸਮਾਏ, ਗੁਰਮੁਖ ਸਾਚੈ ਰਹਿ ਸਮਾਏ। ਗੁਰਮੁਖ ਸਾਚ ਨਾਮ ਪਤ ਊਤਮ ਹੋਏ, ਗੁਰਮੁਖ ਸਾਚ ਨਾਮ ਪਤ ਊਤਮ ਹੋਏ। ਹੁਣ ਸਾਚ ਦੇ ਚੱਚੇ ਨੂੰ ਵੀ ਸਿਆਰੀ ਹੈ, ਨਾਮ ਦੇ ਮੰਮੇ ਨੂੰ ਵੀ ਸਿਆਰੀ ਹੈ। ਸੱਚੇ ਨਾਮ ਦੇ ਨਾਲ ਜੁੜਨ ਕਰਕੇ ਪਤ ਊਤਮ ਹੋਏ। ਪਤ ਦਾ ਮਤਲਬ ਹੈ ਇੱਜ਼ਤ, ਉਹਨਾਂ ਦੀ ਫਿਰ ਉੱਚੀ ਇੱਜ਼ਤ ਹੋ ਜਾਂਦੀ। ਰੋਜ਼ ਤੁਸੀਂ ਪੜ੍ਹਦੇ ਪੰਜ ਪਰਵਾਨ, ਪੰਜ ਪ੍ਰਧਾਨ, ਪੰਚੇ ਪਾਵੇਂ ਦਰਗਾਹ ਮਾਨ, ਪੰਚੇ ਸੋਹੈਂ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਕਿਉਂਕਿ ਮੈਂ ਸੰਤ ਅਤਰ ਸਿੰਘ ਜੀ ਦੇ ਜਨਮ ਨਗਰ ਪਿੰਡ ਚੀਮਾ ਵਿਖੇ 3 ਸਾਲ ਸੰਤ ਤੇਜਾ ਸਿੰਘ ਜੀ ਮਹਾਰਾਜ ਕੋਲੋਂ ਕਲਗੀਧਰ ਮਿਸ਼ਨਰੀ ਕਾਲਜ ਵਿੱਚ ਪੜ੍ਹਿਆ। ਉਦੋਂ ਕੋਈ ਵਿਦਿਆਲੇ ਵਿਦੂਲੇ ਨਹੀਂ ਸੀਗੇ। ਇਹ 1953 ਦੀ ਗੱਲ ਹੈ। ਸਾਨੂੰ ਰੋਜ਼ ਉੱਥੇ ਸੰਤ ਅਤਰ ਸਿੰਘ ਜੀ ਮਹਾਰਾਜ ਦਾ ਜੀਵਨ, ਜਿਹੜਾ 2 ਭਾਗਾਂ ਵਿੱਚ ਸੀ,
ਹੁਕਮ ਸੀ ਵੀ ਇੱਕ ਇੱਕ ਚੈਪਟਰ ਉਹਦੇ 'ਚੋਂ ਰੋਜ਼ ਪੜ੍ਹਨਾ, ਤਾਂ ਰੋਜ਼ ਪੜ੍ਹਿਆ ਕਰਦੇ ਸੀ। ਇੱਕ ਦਿਨ ਪੜ੍ਹਿਆ ਕਿ ਜਦੋਂ ਜਾਰਜ ਪੰਚਮ ਦੀ ਗੱਦੀ ਨਿਸ਼ੀਨੀ ਹੋਣੀ ਸੀ, ਅੰਗਰੇਜ਼ਾਂ ਦਾ ਰਾਜ ਸੀ, ਜਾਰਜ ਪੰਚਮ ਦੀ ਗੱਦੀ ਨਿਸ਼ੀਨੀ ਹੋਣੀ ਸੀ, ਅਤੇ ਜਿਸ ਦਾ ਰਾਜ ਹੋਵੇ ਫਿਰ ਉਹਦਾ ਹੁਕਮ ਮੰਨਣਾ ਪੈਂਦਾ। ਅੰਗਰੇਜ਼ ਸਰਕਾਰ ਦਾ ਹੁਕਮ ਸੀ ਕਿ ਜਿੰਨੀ ਸਾਡੀ ਪ੍ਰਜਾ ਹੈ, ਚਾਹੇ ਉਹ ਹਿੰਦੂ ਨੇ, ਚਾਹੇ ਮੁਸਲਮਾਨ ਨੇ, ਚਾਹੇ ਉਹ ਸਿੱਖ ਨੇ, ਚਾਹੇ ਉਹ ਈਸਾਈ ਨੇ, ਬਈ ਸਾਰੇ ਆਪਣੇ ਆਪਣੇ ਧਰਮ ਗ੍ਰੰਥ ਲੈ ਕੇ ਉੱਥੇ ਸ਼ਾਮਲ ਹੋ। ਹੁਣ ਹਿੰਦੂ ਵੀਰ ਤੇ ਆਪਣੀ ਰਾਮਾਇਣ ਜਾਂ ਗੀਤਾ ਲੈ ਕੇ ਪੰਡਿਤ ਜੀ ਚਲੇ ਗਏ, ਮੁਸਲਮਾਨ ਵੀ ਚਲੇ ਗਏ, ਈਸਾਈ ਵੀ ਚਲੇ ਗਏ। ਸਿੱਖ ਸਰਦਾਰਾਂ ਨੇ ਵਿਚਾਰ ਕੀਤੀ ਵੀ ਆਪਾਂ ਕਿਵੇਂ ਜਾਈਏ, ਅਸੀਂ ਤੇ ਗੁਰੂ ਗ੍ਰੰਥ ਸਾਹਿਬ ਇਸ ਤਰ੍ਹਾਂ ਲਿਜਾ ਨਹੀਂ ਸਕਦੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਲਿਜਾਣ ਦਾ ਜੋ ਮਰਿਆਦਾ ਹੈ ਤੁਹਾਨੂੰ ਪਤਾ ਹੀ ਹੈ। ਸੰਤ ਅਤਰ ਸਿੰਘ ਜੀ ਮਹਾਰਾਜ ਕੋਲ ਗਏ, ਕਹਿਣ ਲੱਗੇ ਮਹਾਰਾਜ ਸਾਡੀ ਅਗਵਾਈ ਕਰੋ, ਸਾਨੂੰ ਦੱਸੋ ਕਿਵੇਂ ਕਰੀਏ। ਕਹਿਣ ਲੱਗੇ ਕੋਈ ਗੱਲ ਨਹੀਂ, ਜਾਣਾ ਤੇ ਹੈ, ਚੱਲਾਂਗੇ, ਪਰ ਇੱਕ ਹਾਥੀ ਲਿਆਓ, ਉਸ ਹਾਥੀ ਦਾ ਇਸ਼ਨਾਨ ਕਰਾਓ, ਉਸ ਹਾਥੀ ਨੂੰ ਚੰਗੀ ਤਰ੍ਹਾਂ ਸਜਾਓ, ਉਹਦੇ ਉੱਤੇ ਇੱਕ ਪਾਲਕੀ ਸਜਾਓ, ਉਹਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਬਿਰਾਜਮਾਨ ਕਰੋ, ਅਤੇ ਆਪਾਂ ਇਹਨਾਂ ਦੀ ਛਤਰ ਛਾਇਆ ਚੱਲਾਂਗੇ। ਕਹਿਣ ਲੱਗੇ ਮਹਾਰਾਜ ਫਿਰ ਇੱਕ ਕੰਮ ਕਰੋ, ਤਾਬਿਆ ਤੁਸੀਂ ਸਵਾਇਮਾਨ। ਕਹਿਣ ਲੱਗੇ ਜੇ ਪੰਥ ਦਾ ਹੁਕਮ ਹੋਵੇਗਾ ਤਾਂ ਮੈਂ ਹਾਜ਼ਰ ਹਾਂ। ਇਹ ਸਾਰੀ ਤਿਆਰੀ ਹੋ ਗਈ। ਦੇਖੋ ਲੈ ਕੇ ਉਹ ਵੀ ਗਏ ਆਪਣੇ ਗ੍ਰੰਥ, ਪੰਡਿਤ ਜੀ ਵੀ ਲੈ ਗਏ, ਮੁੱਲਾ ਜੀ ਵੀ ਲੈ ਗਏ, ਈਸਾਈ ਵੀ ਲੈ ਗਏ, ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਇਸ ਸ਼ਾਨੋ ਸ਼ੌਕਤ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਪਿੱਛੇ। ਅਤੇ ਸੰਤਾਂ ਨੇ ਕਿਹਾ ਭਾਈ ਮੈਂ ਇੱਕ ਸ਼ਬਦ ਪੜ੍ਹਾਂਗਾ, ਸਾਰਿਆਂ ਨੇ ਪਿੱਛੇ ਪੜ੍ਹਨਾ। ਕਹਿੰਦੇ ਨੇ ਸੰਤਾਂ ਦੀ ਆਵਾਜ਼ ਬੜੀ ਬੁਲੰਦ ਸੀ, ਉਦੋਂ ਇਹ ਲਾਊਡ ਸਪੀਕਰ ਨਹੀਂ ਸੀ ਹਾਲੀ ਆਏ। ਸੰਤਾਂ ਨੇ ਸ਼ਬਦ ਪੜ੍ਹਿਆ, ਕੋ ਹਰ ਸਮਾਨ ਨਹੀਂ ਰਾਜਾ, 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 ਏ ਭੂਪਤ ਸਭ ਦਿਵਸ ਚਾਰ ਕੇ, ਏ ਭੂਪਤ ਸਭ ਦਿਵਸ ਚਾਰ ਕੇ, ਝੂਠੇ ਕਰਤ ਦਿਵਾਜਾ, ਕੋ ਹਰ ਸਮਾਨ ਨਹੀਂ ਰਾਜਾ, ਝੂਠੇ ਕਰਤ ਦਿਵਾਜਾ, ਕੋ ਹਰ ਸਮਾਨ ਨਹੀਂ ਰਾਜਾ। ਝੂਠੇ ਕਹਿੰਦੇ ਜਦੋਂ ਸੰਤਾਂ ਨੇ ਸ਼ਬਦ ਪੜ੍ਹਿਆ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਪਿੱਛੇ ਬੋਲ ਰਹੀਆਂ, ਉਸ ਪੰਡਾਲ ਤੀਕਰ ਵੀ ਗੂੰਜਾਂ ਪੈ ਗਈਆਂ। ਹੁਣ ਉਸ ਜਾਰਜ ਪੰਚਮ ਨੂੰ ਜਿਹਦੀ ਗੱਦੀ ਨਿਸ਼ੀਨੀ ਹੋਣੀ ਸੀ, ਉਹਨੂੰ ਤਾਂ ਕੋਈ ਸਮਝ ਨਹੀਂ ਸੀ, ਪਰ ਉਹ ਪੁੱਛਦਾ ਸਿੱਖ ਸਰਦਾਰਾਂ ਨੂੰ ਇਹ ਬਾਬਾ ਜੀ ਕਿਆ ਬੋਲਤੇ ਹੈ। ਤਾਂ ਉਹਨਾਂ ਨੇ ਦੱਸਿਆ ਬਾਬਾ ਜੀ ਕਹਿ ਰਹੇ ਹੈ ਗॉड ਇਜ਼ ਗ੍ਰੇਟ ਕਿੰਗ, ਪਰਮਾਤਮਾ ਸਭ ਤੋਂ ਵੱਡਾ ਬਾਦਸ਼ਾਹ। ਉਹਨੇ ਆਪਣਾ ਹੈਟ ਲਾਇਆ ਅਤੇ ਸਿਰ ਝੁਕਾਇਆ ਅਤੇ ਆਪਣੀ ਕੁਰਸੀ ਕਹਿੰਦਾ ਇੱਥੇ ਆ ਕੇ ਬੈਠੋ ਮਹਾਰਾਜ। ਇਹ ਹੈ ਗੁਰਮੁਖਾਂ ਦੀ ਸੋਭਾ, ਇਹ ਹੈ ਗੁਰਮੁਖਾਂ ਦੀ ਜੈ ਜੈਕਾਰ। ਗੱਲ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ, ਜੋਗਿਓ ਗੁਰਮੁਖ ਸਾਚ ਨਾਮ ਪਤ ਊਤਮ ਹੋਏ, ਗੁਰਮੁਖ ਸਾਚ ਨਾਮ ਪਤ ਊਤਮ ਹੋਏ, ਗੁਰਮੁਖ ਸਾਚ ਨਾਮ ਪਤ ਊਤਮ ਹੋਏ,
नानक गुरमुख सगल भवन की सोजी होए। नानक गुरमुख सगल भवन की सोजी होए। नानक गुरमुख नानक जी फरमाते ने गुरमुखां नूं सारे भवनां की सोझी हो जाती, वो त्रिकालदर्शी हो जाते हैं, उन्होंने भूत भविखत वर्तमान का सब पता लगता। तो समा हो चुका है, हुण इत्थे ही समाप्ति करते हैं, क्योंकि पहली पौड़ी की विचार थोड़ी सिद्धांतक तौर पर डूंगी सी, और उसनूं एक बारी फिर पढ़ो कि गुरमुख बांधिओ सेत विधातै, लंका लूटी दैंत संतापै, रामचंद मारियो एह रावण, भेद भविखण गुरमुख परचायन, गुरमुख सायर पाहन तारे, गुरमुख कोट तेतीस उधारे, गुरमुख चूकै आवन जान, गुरमुख दरगा पावै मान, गुरमुख खोटे खरे पछान, गुरमुख लागै सहज ध्यान, गुरमुख दरगा सिफत समाए, नानक गुरमुख बंद न पाए, गुरमुख नाम निरंजन पाए, गुरमुख हौमै शब्द जलाए, गुरमुख साचे के गुण गाए, गुरमुख साचै रह समाए, गुरमुख साच नाम पत उत्तम होए, नानक गुरमुख सगल भवन की सोझी होए। भुलां चुकां दी खिमा बख्शनी, गज के फतेह गजाओ। वाहिगुरू जी का खालसा।